ओम नमो शिवाय। श्री शिव पुराण अध्याय तीजा खंड चौथा। ब्रह्मा जी ने कहा, हे नारद, उस समय सब देवता, सिद्ध मुनि ਅਤੇ ਗਣ ਆਦि ਇਕੱਠੇ ਹੋ ਕੇ ਬਹੁਤ ਖੁਸ਼ੀ ਮਨਾਉਂਦੇ ਹੋਏ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਕੈਲਾਸ਼ ਆ ਪੁੱਜੇ। ਗੰਧਰਵ ਨੇ ਖੁਸ਼ ਹੋ ਕੇ ਖੁਸ਼ੀ ਦੇ ਵਾਜੇ ਵਜਾਏ। ਇਸੇ ਤਰ੍ਹਾਂ ਬਹੁਤ ਧੂਮ-ਧਾਮ ਨਾਲ ਇਸ ਮੌਕੇ ਨੂੰ ਮਨਾਇਆ ਗਿਆ। ਤਿੰਨਾਂ ਲੋਕਾਂ ਵਿੱਚ ਸਭ ਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ। ਉਸ ਸਮੇਂ ਗਾਦੀ ਪੁੱਤਰ ਵਿਸ਼ਵਾਮਿਤਰ, ਜੋ ਪ੍ਰਸਿੱਧ ਬ੍ਰਾਹਮਣ ਹਨ, ਉਸ ਵੇਲੇ ਉੱਥੇ ਆ ਪੁੱਜੇ। ਉਹਨਾਂ ਨੇ ਉਸ ਮੁੰਡੇ ਨੂੰ ਧਿਆਨ ਨਾਲ ਦੇਖ ਕੇ ਆਦਰ ਦਿੱਤਾ। ਤਦ ਉਹ ਬਾਲਕ ਵਿਸ਼ਵਾਮਿਤਰ ਦੀ ਬਣਾਈ ਹੋਈ ਪ੍ਰਾਰਥਨਾ ਨੂੰ ਸੁਣ ਕੇ ਖੁਸ਼ ਹੋ ਕੇ ਕਹਿਣ ਲੱਗਾ, ਹੇ ਮੁਨੀ, ਤੁਸੀਂ ਸਾਡਾ ਸੰਸਕਾਰ ਕਰੋ। ਤੁਸੀਂ ਅੱਜ ਤੋਂ ਸਾਡੇ ਪੁਰੋਹਿਤ ਹੋਏ। ਤੁਸੀਂ ਤਿੰਨਾਂ ਲੋਕਾਂ ਵਿੱਚ ਇੱਜ਼ਤ ਦੇਣ ਦੇ ਯੋਗ ਹੋ। ਇਹ ਸੁਣ ਕੇ ਵਿਸ਼ਵਾਮਿਤਰ ਨੇ ਕੁਝ ਸੋਚ ਕੇ ਬੇਨਤੀ ਕਰਦੇ ਹੋਏ ਕਿਹਾ, ਮੈਂ ਬ੍ਰਾਹਮਣ ਦੇ ਘਰ ਪੈਦਾ ਨਹੀਂ ਹੋਇਆ ਹਾਂ ਜੋ ਤੁਹਾਡਾ ਸੰਸਕਾਰ ਕਰਾਂ। ਮੈਂ ਤਾਂ ਗਾਦੀ ਨਾਂ ਦੇ ਸੁਤਰੀ ਤੋਂ ਉਤਪੰਨ ਹਾਂ ਅਤੇ ਮੇਰਾ ਨਾਂ ਵਿਸ਼ਵਾਮਿਤਰ ਹੈ। ਸੰਸਕਾਰ ਆਦਿ ਕੰਮ ਕਰਨਾ ਬ੍ਰਾਹਮਣ ਦਾ ਧਰਮ ਹੈ। ਇਹਨਾਂ ਦੇ ਇਲਾਵਾ ਜੋ ਹੋਰ ਕੋਈ ਕਰੇ ਤਾਂ ਉਹ ਦੁੱਖ ਪਾਉਂਦਾ ਹੈ। ਸੋ ਹੁਣ ਤੁਸੀਂ ਆਪਣੇ ਬਾਰੇ ਦੱਸੋ ਕਿ ਇਸ ਤਰ੍ਹਾਂ ਬਾਲਕ ਬੱਚੇ ਦਾ ਰੂਪ ਧਾਰਨ ਕੀਤੇ ਹੋਏ ਕੌਣ ਹੋ? ਤੁਹਾਡੇ ਮਾਤਾ ਪਿਤਾ ਕੌਣ ਹਨ? ਉਹ ਦੋਵੇਂ ਤੁਹਾਨੂੰ ਇਸ ਤਰ੍ਹਾਂ ਇਕੱਲਾ ਛੱਡ ਕੇ ਕਿੱਥੇ ਚਲੇ ਗਏ? ਮੈਂ ਤੁਹਾਨੂੰ ਇਕੱਲੇ ਹੀ ਦੇਖ ਰਿਹਾ ਹਾਂ। ਤੁਹਾਡਾ ਤੇਜ ਅਜੀਬ ਹੈ। ਤੁਸੀਂ ਬ੍ਰਹਮਚਾਰੀ ਹੋ ਜਾਂ ਗ੍ਰਸਥ ਹੋ ਜੋ ਬਾਲ ਰੂਪ ਵਿੱਚ ਪ੍ਰਗਟ ਹੋਏ ਹੋ? ਮੈਂ ਅੱਜ ਤੱਕ ਅਜਿਹਾ ਕੋਈ ਬੱਚਾ ਨਹੀਂ ਦੇਖਿਆ। ਤੁਸੀਂ ਤਾਂ ਪੈਦਾ ਹੁੰਦੇ ਹੀ ਗੱਲਾਂ ਕਰਕੇ ਖੁਸ਼ੀ ਪ੍ਰਦਾਨ ਕਰਦੇ ਹੋ ਅਤੇ ਆਪਣੇ ਸੰਸਕਾਰ ਲਈ ਮੈਨੂੰ ਆਗਿਆ ਦਿੰਦੇ ਹੋ। ਕਿਰਪਾ ਕਰਕੇ ਮੈਨੂੰ ਸਭ ਸਪਸ਼ਟ ਦੱਸ ਦਿਓ। ਹੇ ਨਾਰਦ, ਵਿਸ਼ਵਾਮਿਤਰ ਦੇ ਅਜਿਹੇ ਕਥਨ ਸੁਣ ਕੇ ਉਸ ਬਾਲਕ ਨੇ ਹੱਸਦੇ ਹੋਏ ਕਿਹਾ, ਹੇ ਵਿਸ਼ਵਾਮਿਤਰ, ਅਸੀਂ ਗਿਰਜਾ ਅਤੇ ਸ਼ਿਵ ਦੇ ਪੁੱਤਰ ਹਾਂ ਅਤੇ ਦੈਂਤਾਂ ਨੂੰ ਮਾਰ ਕੇ ਤਿੰਨਾਂ ਲੋਕਾਂ ਵਿੱਚ ਸੁੱਖ ਦੇਣ ਵਾਲੇ ਹਾਂ। ਇਹ ਕਹਿ ਕੇ ਉਸ ਬਾਲਕ ਨੇ ਆਪਣਾ ਪ੍ਰਤਾਪ ਵਿਸਥਾਰ ਨਾਲ ਕਹਿ ਸੁਣਾਇਆ ਅਤੇ ਕਿਹਾ, ਹੇ ਰਿਸ਼ੀ, ਤੁਸੀਂ ਬ੍ਰਹਮਚਾਰੀ ਹੋ ਕੇ ਸਭ ਬ੍ਰਾਹਮਣਾਂ ਤੋਂ ਇੱਜ਼ਤ ਪ੍ਰਾਪਤ ਕਰੋਗੇ। ਇੱਥੇ ਤੱਕ ਕਿ ਬ੍ਰਹਮ ਦੇ ਪੁੱਤਰ ਵਸ਼ਿਸ਼ਟ ਵੀ ਤੁਹਾਨੂੰ ਬ੍ਰਹਮ ਰਿਸ਼ੀ ਕਹਿਣਗੇ। ਇਹ ਸਾਡਾ ਵਰਦਾਨ ਹੈ। ਹੁਣ ਤੁਸੀਂ ਸ਼ਿਵ ਅਤੇ ਗਿਰਜਾ ਦੀ ਲੀਲਾ ਨੂੰ ਅਪਾਰ ਸਮਝ ਕੇ ਸਾਡੇ ਸੰਸਕਾਰ ਦੇ ਵਿਸ਼ੇ ਵਿੱਚ ਵਿਚਾਰ ਕਰਨ ਵਿੱਚ ਦੇਰੀ ਨਾ ਕਰੋ। ਇਹ ਸੁਣ ਕੇ ਵਿਸ਼ਵਾਮਿਤਰ ਨੇ ਫੌਰਨ ਆਗਿਆ ਮੰਨ ਕੇ ਸੰਸਕਾਰ ਕੀਤਾ। ਤਦ ਸ਼ਿਵ ਜੀ ਦੇ ਪੁੱਤਰ ਨੇ ਵਿਸ਼ਵਾਮਿਤਰ ਨੂੰ ਵਰਦਾਨ ਦਿੱਤਾ ਅਤੇ ਆਪਣੇ ਪੁਰੋਹਿਤ ਬਣਾਇਆ। ਉਸ ਸਮੇਂ ਅਗਨੀ ਨੇ ਵੀ ਉੱਥੇ ਪਹੁੰਚ ਕੇ ਅਤੇ ਸ਼ਿਵ ਜੀ ਦੇ ਪੁੱਤਰ ਨੂੰ ਦੇਖ ਕੇ ਖੁਸ਼ੀ ਪ੍ਰਾਪਤ ਕੀਤੀ। ਫਿਰ ਉਸ ਬਾਲਕ ਨੂੰ ਪ੍ਰਣਾਮ ਕੀਤਾ। ਵਿਸ਼ਵਾਮਿਤਰ ਨੂੰ ਜੋ ਗੱਲਾਂ ਪੁੱਛੀਆਂ, ਉਹਨਾਂ ਦਾ ਠੀਕ ਉੱਤਰ ਉਸ ਬਾਲਕ ਨੇ ਦਿੱਤਾ। ਫਿਰ ਉਸਨੇ ਜੋ ਆਪਣੀ ਸਭ ਕਥਾ ਅਗਨੀ ਨੂੰ ਕਹੀ। ਅਗਨੀ ਨੇ ਉਸਨੂੰ ਗੋਦ ਵਿੱਚ ਚੁੱਕ ਕੇ ਛਾਤੀ ਨਾਲ ਲਗਾ ਲਿਆ ਅਤੇ ਉਸਨੂੰ ਮੂੰਹ ਚੁੰਮਿਆ। ਫਿਰ ਬਹੁਤ ਪਿਆਰ ਨਾਲ ਉਸ ਮੁੰਡੇ ਨੂੰ ਆਪਣਾ ਪੁੱਤਰ ਮੰਨਿਆ ਅਤੇ ਆਪਣੇ ਬਹੁਤ ਸਾਰੇ ਹਥਿਆਰ ਉਸਨੂੰ ਦਿੱਤੇ। ਹੇ ਨਾਰਦ, ਸ਼ਿਵ ਜੀ ਦੇ ਪੁੱਤਰ ਨੇ ਦੋਵਾਂ ਨੂੰ ਉੱਥੋਂ ਵਿਦਾ ਕੀਤਾ ਅਤੇ ਆਪ ਅਗਨੀ ਦੀ ਦਿੱਤੀ ਹੋਈ ਸ਼ਕਤੀ ਹੱਥ ਵਿੱਚ ਲੈ ਕੇ ਸ਼ਵੇਤ-ਗਿਰੀ ਤੇ ਚੜ੍ਹ ਕੇ ਬਹੁਤ ਭਿਆਨਕ ਸ਼ਬਦ ਨਾਲ ਨਾਦ ਕੀਤਾ। ਉਹ ਸ਼ਬਦ ਸੁਣ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਤੂਫਾਨ ਆਉਣ ਵਾਲਾ ਹੋਵੇ। ਫਿਰ ਉਸਨੇ ਦੇਵਤਾਵਾਂ ਦੇ ਮਨੋਰਥ ਪੂਰੇ ਕਰਨ ਲਈ ਆਪਣੀ ਸ਼ਕਤੀ ਪਰਬਤ ਦੇ ਸਿਖਰ ਤੇ ਮਾਰੀ, ਜਿਸ ਨਾਲ ਤਿੰਨੇ ਲੋਕ ਵਿੱਚ ਹਾਹਾਕਾਰ ਮਚ ਗਿਆ ਅਤੇ ਪਰਬਤ ਫਟ ਕੇ ਡਿੱਗ ਗਿਆ। ਉਸ ਸਮੇਂ ਮਹਾਬਲਵਾਨ, ਮਹਾਸ਼ਕਤੀਸ਼ਾਲੀ ਦਮਪਦਮ ਰਾਖਸ਼ ਕਾਲ ਦੇ ਅਧੀਨ ਹੋਏ, ਜੋ ਪਹਿਲੇ ਉੱਥੇ ਰਹਿੰਦੇ ਸਨ ਅਤੇ ਉਹਨਾਂ ਨੂੰ ਮਾਰਨ ਲਈ ਭੱਜੇ ਸਨ। ਫਿਰ ਦੇਵਤਾ ਅਤੇ ਮੁਨੀ ਪਰੇਸ਼ਾਨ ਹੋ ਕੇ ਕਹਿਣ ਲੱਗੇ ਕਿ ਇਹ ਕੀ ਹੋਇਆ, ਪਰ ਕਿਸੇ ਦੀ ਸਮਝ ਵਿੱਚ ਕੁਝ ਨਾ ਆਇਆ। ਤਦ ਇੰਦਰ ਆਦਿ ਦੇਵਤਾ ਉਸਨੂੰ ਦੇਖਣ ਲਈ ਗਏ। ਉੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਉਹ ਮੁੰਡਾ ਪਰਬਤ ਤੇ ਖੜਾ ਹੈ। ਉਸ ਸਮੇਂ ਉਸ ਪਰਬਤ ਨੇ ਆਪਣਾ ਰੂਪ ਮਨੁੱਖਾਂ ਦੀ ਤਰ੍ਹਾਂ ਬਣਾ ਕੇ ਇੰਦਰ ਨੂੰ ਭੇਟ ਕੀਤਾ ਅਤੇ ਹੱਥ ਜੋੜ ਕੇ ਕਿਹਾ, ਹੇ ਇੰਦਰ, ਤੁਸੀਂ ਤਿੰਨੇ ਲੋਕਾਂ ਦੇ ਦੇਵਤਾ ਹੋ। ਇਸ ਸਮੇਂ ਮੈਨੂੰ ਬਹੁਤ ਦੁੱਖ ਪ੍ਰਾਪਤ ਹੋਇਆ ਹੈ। ਇਸ ਬਾਲਕ ਨੇ ਮੈਨੂੰ ਸ਼ਕਤੀ ਨਾਲ ਮਾਰ ਕੇ ਅਜਿਹਾ ਭਿਆਨਕ ਸ਼ਬਦ ਕੀਤਾ ਹੈ
ਕਿ ਸਭ ਜੀਵਾਂ ਨੂੰ ਦੁੱਖ ਪੁੱਜਿਆ। ਧਰਤੀ ਕੰਬ ਗਈ ਅਤੇ ਸਭ ਪਰਬਤ, ਜੰਗਲ, ਨਦੀ ਵੀ ਕੰਬ ਗਏ ਹਨ। ਅਣਗਿਣਤ ਜੀਵ ਮਰ ਗਏ। ਇਹ ਸਭ ਇਸ ਬਾਲਕ ਨੇ ਕੀਤਾ ਹੈ ਜੋ ਸਾਹਮਣੇ ਖੜਾ ਹੈ। ਨਹੀਂ ਪਤਾ ਕਿ ਇਹ ਕੌਣ ਹੈ ਅਤੇ ਕਿਸ ਦਾ ਪੁੱਤਰ ਹੈ। ਇਸ ਨੇ ਬੇਕਾਰ ਹੀ ਮੈਨੂੰ ਇੰਨਾ ਦੁੱਖ ਦਿੱਤਾ ਹੈ। ਹੇ ਇੰਦਰ, ਤੁਸੀਂ ਛੇਤੀ ਹੀ ਇਸ ਨੂੰ ਮਾਰ ਦਿਓ, ਨਹੀਂ ਤਾਂ ਇਹ ਤੂਫਾਨ ਹੀ ਲੈ ਆਵੇਗਾ। ਇੰਦਰ ਨੇ ਇਹ ਸੁਣ ਕੇ ਉਸ ਮੁੰਡੇ ਤੇ ਬਹੁਤ ਗੁੱਸਾ ਕੀਤਾ ਅਤੇ ਕੁਝ ਦੇਰ ਨਾ ਸਮਝ ਕੇ ਉਸ ਬਾਲਕ ਨੂੰ ਮਾਰ ਦੇਣ ਦੀ ਇੱਛਾ ਕੀਤੀ। ਪਰ ਸ਼ਿਵ ਜੀ ਦੀ ਲੀਲਾ ਅਪਾਰ ਹੈ। ਇੰਦਰ ਨੇ ਹਿਮਲਾ ਕਰਕੇ ਆਪਣਾ ਵਰਜ ਉਸ ਮੁੰਡੇ ਤੇ ਸੱਜੀ ਕੋਖ ਤੇ ਮਾਰਿਆ, ਜਿਸ ਨਾਲ ਉਸ ਸਥਾਨ ਤੋਂ ਇੱਕ ਮਨੁੱਖ ਪੈਦਾ ਹੋਇਆ ਜੋ ਸ਼ਕਤੀ ਅਤੇ ਤਾਕਤ ਵਿੱਚ ਉਸ ਦੇ ਬਰਾਬਰ ਸੀ। ਉਸ ਦਾ ਨਾਂ ਸ਼ਾਰਵ ਰੱਖਿਆ। ਸ਼ਾਰਵ ਦੇ ਉਤਪੰਨ ਹੁੰਦੇ ਹੀ ਬਹੁਤ ਭਿਆਨਕ ਸ਼ਬਦ ਨਿਕਲਿਆ। ਤਦ ਇੰਦਰ ਨੇ ਇਹ ਦੇਖ ਕੇ ਗੁੱਸੇ ਹੋ ਕੇ ਉਸ ਦੀ ਖੱਬੀ ਕੋਖ ਵਿੱਚ ਫਿਰ ਆਪਣਾ ਤੀਰ ਮਾਰਿਆ। ਇਸ ਤੋਂ ਇੱਕ ਦੂਜਾ ਮਨੁੱਖ ਉਤਪੰਨ ਹੋਇਆ। ਉਸ ਨੂੰ ਵੀ ਸ਼ਾਰਵ ਆਖਦੇ ਹਨ। ਦੂਜਾ ਸ਼ਾਰ ਵੀ ਉਤਪੰਨ ਹੋ ਕੇ ਘੋਰ ਨਾਦ ਕਰਨ ਲੱਗਾ। ਇੰਦਰ ਨੇ ਗੁੱਸੇ ਹੋ ਕੇ ਆਪਣਾ ਵਰਜ ਤੀਰ ਫਿਰ ਮਾਰਿਆ, ਪਰ ਉਸ ਦਾ ਕੋਈ ਫਲ ਨਾ ਨਿਕਲਿਆ ਅਤੇ ਇੱਕ ਵਿਅਕਤੀ ਹੋਰ ਪ੍ਰਗਟ ਹੋਇਆ। ਉਸ ਨੂੰ ਨੈਗਮੇ ਆਖਦੇ ਹਨ। ਉਹ 3 ਪਹਿਲਾਂ ਬਾਲਕ ਦੇ ਸਹਾਇਕ ਹੋ ਗਏ। ਉਹ ਚਾਰੇ ਪ੍ਰਲਯ ਦੀ ਅਗਨੀ ਦੀ ਤਰ੍ਹਾਂ ਪ੍ਰਗਟ ਹੋਏ। ਤਦ ਉਸ ਬਾਲਕ ਨੇ ਆਪਣੇ ਤਿੰਨੇ ਗਣਾਂ ਨਾਲ ਇੰਦਰ ਦੇ ਉੱਤੇ ਹਮਲਾ ਕਰ ਦਿੱਤਾ। ਹੇ ਨਾਰਦ, ਇਸ ਤਰ੍ਹਾਂ ਉਹਨਾਂ ਦੇ ਹਮਲੇ ਨਾਲ ਰੁਦਰ ਦਾ ਪ੍ਰਲਯ ਕਰਨ ਵਾਲਾ ਤੇਜ ਉਹਨਾਂ ਵਿੱਚ ਇੱਕ ਦੇਖ ਕੇ ਇੰਦਰ ਕਮਜ਼ੋਰ ਹੋ ਕੇ ਕੰਬ ਗਏ ਅਤੇ ਹੱਥ ਜੋੜ ਕੇ ਉਹਨਾਂ ਦੀ ਸ਼ਰਨ ਵਿੱਚ ਗਏ। ਇੰਦਰ ਨੇ ਆਪਣੇ ਸਭ ਹਥਿਆਰ ਸੁੱਟ ਕੇ ਮਾਫੀ ਮੰਗੀ। ਇੰਦਰ ਦੇ ਨਾਲ ਜੋ ਫੌਜ ਸੀ ਉਸਨੇ ਵੀ ਉਹਨਾਂ ਦਾ ਆਦਰ ਸਤਿਕਾਰ ਕੀਤਾ। ਤਦ ਉਸ ਬਾਲਕ ਨੇ ਇੰਦਰ ਦੀ ਹਾਲਤ ਦੇਖ ਕੇ ਇੰਦਰ ਨੂੰ ਹੌਸਲਾ ਦਿੰਦੇ ਅਤੇ ਨਿਡਰ ਕੀਤਾ। ਤਦ ਸਭ ਦੇਵਤਾ ਸਮੇਤ ਇੰਦਰ ਨੇ ਹੱਥ ਜੋੜ ਕੇ ਉਸ ਦੀ ਪ੍ਰਾਰਥਨਾ ਕੀਤੀ। ਤੁਸੀਂ ਬਾਲਕ ਨਹੀਂ, ਬਾਲਕ ਦੇ ਰੂਪ ਵਿੱਚ ਬ੍ਰਹਮਾ ਹੋ। ਤੁਸੀਂ ਤੁਹਾਡੇ ਪ੍ਰਤਾਪ ਨੂੰ ਨਹੀਂ ਪਛਾਣਿਆ। ਇਸੇ ਕਾਰਨ ਹੰਕਾਰ ਨਾਲ ਸਾਡੀ ਇਹ ਹਾਲਤ ਹੋਈ ਹੈ। ਕਿਰਪਾ ਕਰਕੇ ਸਾਡੇ ਸਭ ਅਪਰਾਧ ਮੁਆਫ ਕਰ ਦਿਓ। ਸਾਨੂੰ ਆਪਣੀ ਸ਼ਰਨ ਵਿੱਚ ਲੈ ਲਓ। ਤੁਸੀਂ ਕਿਸੇ ਭਗਤ ਤੋਂ ਖੁਸ਼ ਹੋ ਕੇ ਹੀ ਅਵਤਾਰ ਲਿਆ ਹੈ। ਤੁਸੀਂ ਸੱਚ-ਸੱਚ ਦੱਸੋ ਕਿ ਤੁਸੀਂ ਕੌਣ ਹੋ, ਕਿਸ ਦੇ ਪੁੱਤਰ ਹੋ ਅਤੇ ਕਿੱਥੋਂ ਉਤਪੰਨ ਹੋਏ ਹੋ। ਇੰਦਰ ਦੇ ਅਜਿਹੇ ਕਥਨ ਸੁਣ ਕੇ ਬਾਲਕ ਨੇ ਕਿਹਾ, ਹੇ ਇੰਦਰ, ਤੁਸੀਂ ਹੁਣ ਛੇਤੀ ਇੱਥੋਂ ਜਾਓ ਅਤੇ ਖੁਸ਼ੀ ਨਾਲ ਆਪਣੇ ਰਾਜ ਦਾ ਕੰਮ ਕਰੋ। ਇਹ ਕਹਿ ਕੇ ਉਸਨੇ ਇੰਦਰ ਨੂੰ ਉੱਥੋਂ ਵਿਦਾ ਕੀਤਾ ਅਤੇ ਕੁਝ ਵੀ ਭੇਦ ਨਾ ਦੱਸਿਆ। ਇਸ ਤਰ੍ਹਾਂ ਵਿਦਾ ਹੋ ਕੇ ਇੰਦਰ ਆਪਣੇ ਰਾਜ ਵਿੱਚ ਜਾ ਪਹੁੰਚੇ। ਇਤੀ ਅਧਿਆਇ 3 ਸਮਾਪਤ।